ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਸਾਡੀ ਖਾਸ ਮੁਲਾਕਾਤ ਵਿੱਚ। ਤੇ ਜਦੋਂ ਖਾਸ ਮੁਲਾਕਾਤ ਦੀ ਗੱਲ ਹੁੰਦੀ ਹੈ ਤੇ ਬਹੁਤ ਹੀ ਖਾਸ ਮਹਿਮਾਨ ਸਾਡੇ ਸਟੂਡੀਓ 'ਚ ਆਉਂਦੇ ਨੇ। ਡਾਕਟਰ ਗੁਰਪ੍ਰੀਤ ਮੰਗਟ, ਜਿਨ੍ਹਾਂ ਨੂੰ ਤੁਸੀਂ ਡਾਕਟਰ ਗੈਰੀ ਮੰਗਟ ਦੇ ਨਾਂ ਨਾਲ ਜਾਣਦੇ ਹੋ। 40 ਸਾਲ ਦਾ ਇਹਨਾਂ ਕੋਲ ਤਜਰਬਾ ਆ ਤੇ ਕਹਿੰਦੇ ਜਦੋਂ ਡਾਕਟਰ ਕੋਈ ਸਲਾਹ ਦਿੰਦਾ ਤੇ ਉਹ ਅਸੀਂ ਝੱਟ ਦੇਣੀ ਮੰਨ ਵੀ ਲੈਂਦੇ ਆ, ਕਿਉਂਕਿ ਉਹ ਆਪਣੇ ਤਜਰਬੇ ਦੇ ਆਧਾਰ ਤੇ ਹੀ ਗੱਲ ਕਰਦੇ ਨੇ। ਸੋ ਕਹਿੰਦੇ ਡਾਕਟਰ ਕੋਲੋਂ ਤੇ ਵਕੀਲ ਕੋਲੋਂ ਕਦੇ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ, ਕੋਈ ਬਿਮਾਰੀ ਲੁਕਾਉਣੀ ਨਹੀਂ ਚਾਹੀਦੀ, ਕਿਉਂਕਿ ਇਹੀ ਉਹ ਇਨਸਾਨ ਨੇ। ਜੇ ਵਕੀਲ ਦੀ ਗੱਲ ਕਰੀਏ ਤੇ ਇਨਸਾਫ ਦਿਵਾਉਂਦੇ ਨੇ, ਤੇ ਡਾਕਟਰ ਦੀ ਗੱਲ ਕਰੀਏ ਤੇ ਆਰਾਮ ਸਾਨੂੰ ਇਹਨਾਂ ਦੀ ਸਲਾਹ ਮੰਨਣ ਤੇ ਹੀ ਆਉਂਦਾ ਆ। ਸੋ ਸਾਂਝਾ ਟੀਵੀ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਰਹੀਏ, ਤੁਹਾਨੂੰ ਹੋਰ ਜਾਣਕਾਰੀ ਲੈ ਕੇ ਦਿੰਦੇ ਰਹੀਏ। ਸੋ ਡਾਕਟਰ ਗੈਰੀ ਹੋਣਾ ਦਾ ਜੀ ਆਇਆਂ ਕਰਦੇ ਅੱਜ ਸ਼ੋਅ ਦੇ ਵਿੱਚ। ਤੇ ਅੱਜ ਇਹਨਾਂ ਦੇ ਕੋਲੋਂ ਅਸੀਂ ਦੋ ਖਾਸ ਗੱਲਾਂ ਦੇ ਉੱਤੇ ਜਾਣਕਾਰੀ ਲੈਂਦੇ ਆ। ਸੋ ਪਹਿਲਾਂ ਤਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਸੋ ਡਾਕਟਰ ਗੈਰੀ ਮੰਗਟ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਜੀ, ਬਹੁਤ ਧੰਨਵਾਦ ਤੁਹਾਡਾ ਸਾਂਝਾ ਟੀਵੀ ਦਾ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਜੀ। ਬਹੁਤ ਧੰਨਵਾਦ। ਥੈਂਕ ਯੂ ਤੁਹਾਡੇ ਟਾਈਮ ਲਈ। ਆਈ ਨੋ ਬਹੁਤ ਬਿਜ਼ੀ ਰਹਿੰਦੇ ਹੋ ਤੁਸੀਂ, ਪਰ ਫਿਰ ਵੀ ਤੁਸੀਂ ਸਾਡੇ ਪਰਿਵਾਰਾਂ ਲਈ ਟਾਈਮ ਕੱਢਦੇ ਹੋ। ਸੋ ਡਾਕਟਰ ਗੈਰੀ, ਅੱਜ ਅਸੀਂ ਗੱਲ ਕਰਦੇ ਹਾਂ। ਸੋ 40 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤੁਸੀਂ ਬਹੁਤ ਤਰ੍ਹਾਂ ਦੇ ਕੇਸ ਆਪਣੀ ਜ਼ਿੰਦਗੀ ਦੇ ਵਿੱਚ ਦੇਖੇ ਹੋਣਗੇ, ਬਹੁਤ ਸਾਰੀਆਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਤੁਹਾਡੇ ਕੋਲ ਤਜਰਬਾ ਆ। ਤੁਹਾਨੂੰ ਸਿੰਪਟਮਸ ਕੀ, ਤੁਸੀਂ ਤਾਂ ਪੇਸ਼ੈਂਟ ਵੱਲ ਦੇਖ ਕੇ ਦੱਸ ਸਕਦੇ ਹੋਵੋਗੇ ਕਿ ਕਿਸ ਬਿਮਾਰੀ ਦੇ ਨਾਲ ਇਹ ਪੇਸ਼ੈਂਟ ਜੂਝ ਰਿਹਾ ਹੈਗਾ ਆ। ਪਰ IBS ਅਤੇ LGS ਕੀ ਆ? ਇਹਨਾਂ ਬਿਮਾਰੀਆਂ ਦੀ ਫੁੱਲ ਫਾਰਮ ਪਹਿਲਾਂ ਦੱਸੋ ਕਿ IBS ਤੇ LGS ਕਿਹੜੀਆਂ ਬਿਮਾਰੀਆਂ? ਹਾਂਜੀ ਬਲਜਿੰਦਰ ਜੀ, ਇਹ ਬੜਾ ਹੀ ਪੇਚੀਦਾ ਸਵਾਲ ਵੀ ਹੈ ਤੇ ਪਹਿਲਾਂ ਜਵਾਬ ਵੀ ਦੇਣਾ ਬਣਦਾ। ਤੇ ਬਹੁਤ ਸਾਰੇ ਲੋਕਾਂ ਨੂੰ, ਜਿਵੇਂ ਆਪਣੀ ਪ੍ਰੈਕਟਿਸ ਵਿੱਚ ਹੋਰ ਡਾਕਟਰ ਵੀ ਦੇਖਦੇ ਨੇ ਵੀ 70% ਜਿਹੜੇ ਲੋਕ ਨੇ ਉਹ IBS ਜਾਂ LGS ਦੇ ਸ਼ਿਕਾਰ ਨੇ। ਸੋ IBS ਦੀ ਜਿਹੜੀ ਫੁੱਲ ਫਾਰਮ ਹੈਗੀ ਉਹ ਇਰੀਟੇਬਲ ਬਾਊਲ ਸਿੰਡਰਮ, ਯਾਨੀ ਕਿ ਪਹਿਲਾਂ ਤਾਂ ਬਲਜਿੰਦਰ ਜੀ ਸਿੰਡਰਮ ਕਿਉਂ ਆ ਔਰ ਸਿੰਡਰਮ ਕੀ ਆ ਔਰ ਡਿਜ਼ੀਜ਼ ਨਾਲੋਂ ਕੀ ਫਰਕ ਆ? ਜੀ, ਡਿਜ਼ੀਜ਼ ਉਹ ਹੁੰਦੀ ਆ ਜਿਹਦਾ ਕੋਈ ਬਾਉਂਡਰੀ ਹੋਣ ਕਿਸੇ ਚੀਜ਼ ਦੀਆਂ। ਫੋਰ ਐਗਜ਼ਾਮਪਲ ਕਿਸੇ ਨੂੰ ਮਲੇਰੀਆ ਹੋ ਗਿਆ, ਜਿਹਨੂੰ ਤੇਈਆ ਤਾਪ ਕਹਿ ਦਿੰਦੇ ਆ, ਉਹਦੇ ਵਿੱਚ ਪੇਸ਼ੈਂਟ ਨੂੰ ਸ਼ਾਮ ਨੂੰ ਬੁਖਾਰ ਚੜੂ, ਕੰਬਾ ਲੱਗ ਕੇ ਚੜੂ, ਇੱਕ ਦਿਨ ਨਹੀਂ ਚੜੂ, ਫਿਰ ਇੱਕ ਦਿਨ ਛੱਡ ਕੇ ਚੜੂ। ਜਿਵੇਂ ਟਾਈਫਾਇਡ ਆ, ਉਹਦੇ ਵਿੱਚ ਪੇਟ 'ਚ ਅੰਤੜੀ ਜਾਂ ਦਰਦ ਹੋਊਗਾ, ਸਿਰ ਦੁਖੂਗਾ, ਕਬਜ਼ ਹੋ ਜੂਗੀ, ਬੁਖਾਰ ਹੋ ਕਈ ਦਿਨ 20-22 ਦਿਨ ਦਾ। ਸੋ ਯਾਨੀ ਕਿ ਇੱਕ ਸੈੱਟ ਸਿੰਪਟਮ ਹੋਣ ਜੇ ਕਿਸੇ ਚੀਜ਼ ਦੇ, ਉਹਨੂੰ ਆਪਾਂ ਡਿਜ਼ੀਜ਼ ਦਾ ਨਾਂ ਦਿੰਦੇ ਹਾਂ। ਉਹਦੇ ਉਲਟ ਜਿਹੜਾ ਸਿੰਡਰਮ ਆ, ਸਿੰਡਰਮ ਇਹਨੇ ਇੱਕ ਐਸੀ ਬਿਮਾਰੀ ਉਹ ਕਹਿ ਲਓ ਇਹਨੇ ਹੋਏ, ਪਰ ਇੱਕ ਸਿਸਟਮ ਦੇ ਵਿੱਚ ਇੰਨਾ ਫਰਕ ਪੈ ਗਿਆ ਵੀ ਉਹਦਾ ਕੋਈ ਸਿੱਧਾ ਸੈੱਟ ਰੂਲ ਕੋਈ ਵੀ ਨਹੀਂ। ਜਿਵੇਂ ਫੋਰ ਐਗਜ਼ਾਮਪਲ ਜੋ IBS ਦੀ ਗੱਲ ਕਰਦੇ ਹਾਂ, ਇਰੀਟੇਬਲ ਬਾਊਲ ਸਿੰਡਰਮ, ਵੀ ਪਹਿਲਾਂ ਤਾਂ ਆਪਣਾ ਜਿਹੜਾ ਗੱਟ ਹੈਗਾ, ਗੱਟ ਆਪਾਂ ਪਾਚਨ ਪ੍ਰਣਾਲੀ ਨੂੰ ਜਾਂ ਗੈਸਟ੍ਰੋਇੰਟੈਸਟੀਨਲ ਟ੍ਰੈਕਟ ਨੂੰ ਕਹਿੰਦੇ ਹਾਂ, ਜਿਹੜਾ ਕਿ ਮੂੰਹ ਤੋਂ ਸ਼ੁਰੂ ਹੋ ਕੇ ਥੱਲੇ ਤੱਕ ਇਨਕਲੂਡਿੰਗ ਆਪਣਾ ਮੈਦਾ, ਅੰਤੜੀਆਂ ਛੋਟੀ ਵੱਡੀ ਸਾਰਾ ਕੁਛ ਵਿੱਚ ਆਉਂਦਾ। ਸੋ ਉਹਦੇ ਵਿੱਚ ਜੇ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਉਹ ਕਿਹੜੀ ਕਿਸਮ ਦੀ ਕਈ ਤਾਂ ਡਿਜ਼ੀਜ਼ ਨੇ, ਉਹਨੂੰ ਉਹ ਕੋਈ ਹੋਰ ਬਿਮਾਰੀਆਂ ਦੇ ਨਾਮ ਨਾਲ ਜਾਣਿਆ ਜਾਂਦਾ, ਪਰ ਉਹਨੂੰ ਡਿਫਰੈਂਸ਼ੀਏਟ ਕਰਕੇ ਡਿਜ਼ੀਜ਼ ਨੂੰ IBD ਯਾਨੀ ਕਿ ਇਨਫਲੇਮੇਟਰੀ ਬਾਊਲ ਡਿਜ਼ੀਜ਼ ਦੇ ਨਾਲ ਜਾਣਿਆ ਜਾਂਦਾ। ਇਹਦੇ ਤਹਿਤ ਬਹੁਤ ਸਾਰੀਆਂ ਬਿਮਾਰੀਆਂ ਹੋਰ ਆਉਂਦੀਆਂ, ਪਰ ਆਪਾਂ ਇੱਥੇ ਅੱਜ IBS ਦੀ ਗੱਲ ਕਰਾਂਗੇ। IBS ਤੇ LGS ਦੀ ਗੱਲ ਕਰਨੀ ਆ ਵੀ ਇਹ ਸਕਿਨ ਦੀਆਂ ਬਿਮਾਰੀਆਂ ਨਾਲ ਕਿਵੇਂ ਜੁੜਿਆ ਆ ਤੇ ਇਹਨਾਂ ਦਾ ਇਲਾਜ ਕੀ ਆ? ਹਾਂਜੀ, ਬਹੁਤ ਵਧੀਆ ਕੁਐਸਚਨ ਹੈ ਜੀ। ਸੋ IBS ਜਦੋਂ ਕਿਸੇ ਨੂੰ ਵੀ ਪਹਿਲਾਂ ਤਾਂ ਦੇਖਣਾ ਵੀ ਖਰਾਬੀ ਕੀ ਹੋਈ ਆ ਆਪਣੀ ਅੰਦਰ, ਮੂੰਹ ਨਾਲ ਕੋਈ ਚੀਜ਼ ਖਾਂਦੇ ਆ, ਆਪਣੇ ਗੱਟ ਦੇ ਵਿੱਚ ਜੋ ਪਹਿਲਾਂ ਐਲੀਮੈਂਟਰੀ ਕਨਾਲ ਦੇ ਵਿੱਚ ਦੀ ਲੰਘਦੀ ਆ, ਜਾਂ ਇਸੋਫੈਗਸ ਕਹਿੰਦੇ ਇੰਟੈਸਟਿਨ ਤੋਂ ਜਾਣ ਤੋਂ ਪਹਿਲਾਂ ਮੈਦੇ 'ਚ ਜਾਂਦੀ ਆ, ਫਿਰ ਉੱਥੇ ਜਾਂਦੀ ਆ, ਸਾਰੇ ਥਾਵਾਂ ਤੋਂ ਖੁਰਾਕ ਲੰਘਦੀ ਆ। ਉਹਦੇ ਵਿੱਚ ਪਚਦੀ ਕਿਵੇਂ ਆ? ਪਹਿਲਾਂ ਤਾਂ ਉਹਦੇ ਵਾਸਤੇ ਬਹੁਤ ਸਾਰਾ ਮੈਕੈਨਿਜ਼ਮ ਆ, ਉਹਦੀ ਗੱਲ ਘੱਟ ਕਰਾਂਗੇ। ਸੋ ਇਹ ਦੇਖਣਾ ਵੀ ਜਦੋਂ ਉਹਦੀ ਅੰਦਰਲੀ ਲਾਈਨਿੰਗ ਆ ਤੁਹਾਡੀ ਗੱਟ ਦੀ ਜਾਂ ਪਾਚਨ ਪ੍ਰਣਾਲੀ ਦੀ, ਜਿਹਦੇ ਦੋ ਤਿੰਨ ਨਾਂ ਨੇ, ਐਪੀਥੀਲੀਅਮ ਵੀ, ਪਰ ਉਹਨੂੰ ਇੰਟਰਸਟੀਸ਼ੀਅਮ ਵੀ ਕਹਿੰਦੇ ਨੇ, ਜਦੋਂ ਉਹਦੇ ਵਿੱਚ ਸੋਜਿਸ਼ ਆ ਜਾਂਦੀ ਆ ਕਿਸੇ ਵੀ ਗੱਲ ਨਾਲ, ਉਹਦੇ ਨਾਲ IBS ਦੇ ਲੱਛਣ ਸ਼ੁਰੂ ਹੋ ਜਾਂਦੇ ਨੇ। ਔਰ ਜੇ ਆਪਾਂ ਦੇਖੀਏ ਵੀ ਉਹਦੇ ਲੱਛਣ ਹੈ ਕਿ ਕਿਵੇਂ ਪਤਾ ਲੱਗਦਾ, ਬਹੁਤ ਸਾਰੇ ਨੇ, ਇੱਕ ਤੋਂ ਵੱਧ। ਪਰ ਫੋਰ ਐਗਜ਼ਾਮਪਲ ਜਿਵੇਂ ਖਾਣੇ ਦਾ ਨਾ ਪਚਣਾ ਪੂਰਾ, ਕਦੇ ਕਬਜ਼ ਹੋ ਜਾਣੀ, ਕਦੇ ਲੂਜ਼ ਮੋਸ਼ਨ ਲੱਗ ਜਾਣੇ, ਕਦੇ ਫਲੈਚੂਨੈਸ ਗੈਸ ਹੋ ਜਾਣੀ, ਢਿੱਡ ਭਰਿਆ ਜਿਹੇ ਰਹਿਣਾ, ਖੱਟੇ ਢਕਾਰ ਆ ਜਾਣੇ, ਨੀਂਦ ਨਾ ਆਉਣੀ, ਬੇਚੈਨੀ ਰਹਿਣੀ, ਇਹ ਸਾਰੇ ਉਹਦੇ ਸਿੰਪਟਮਾਂ ਦੇ ਵਿੱਚੋਂ ਨੇ। ਹਾਂਜੀ। ਤੇ ਜਿਵੇਂ ਅਸੀਂ ਕਿਹਾ ਜਾਂਦਾ ਕਿ ਜਿਹੜੀ LGS ਆ ਇਹ ਦਿਮਾਗ ਦੀਆਂ ਬਿਮਾਰੀਆਂ ਆ, ਜਿਵੇਂ ਡਿਪਰੈਸ਼ਨ ਆ ਜਾਂ ਨੀਂਦਰਾ ਆ ਜਾਂ ਇਨਸੋਮਨੀਆ ਆ, ਇਹਦੇ ਬਾਰੇ ਥੋੜਾ ਜਿਹਾ ਦੱਸੋ, ਕਿਉਂਕਿ ਤੁਸੀਂ IBS ਦਾ ਦੱਸਿਆ, ਸੋ LGS ਦੇ ਬਾਰੇ ਦੱਸਿਆ ਕਿ ਇਹ ਜਿਹੜੀਆਂ ਡਿਪਰੈਸ਼ਨ ਆ, ਨੀਂਦਰਾ ਆ, ਜਿਹੜਾ ਇਨਸੋਮਨੀਆ, ਸੋ ਇਹਦੇ ਬਾਰੇ ਥੋੜਾ ਜਿਹਾ ਡੀਟੇਲ ਦੇ ਵਿੱਚ ਪਹਿਲਾਂ ਸਾਨੂੰ ਦੱਸੋ। ਹਾਂਜੀ, ਜੋ ਹੁਣ ਆਪਾਂ LGS ਦੀ ਗੱਲ ਕਰੀਏ, ਇਹਦਾ ਨਾਮ ਹੈਗਾ ਲੀਕੀ ਗਟ ਸਿੰਡਰਮ। ਸੋ ਉਹ ਜਦੋਂ ਇੰਟੈਸਟਿਨ ਦੇ ਵਿੱਚ
ਉਹਦਾ ਅੰਦਰੋਂ ਜਿਹੜੀ ਲਾਈਨ ਜਿਹੜੇ ਇੰਟਰਸਟੀਸ਼ਨ ਦੀ ਗੱਲ ਕਰਦੇ ਆ ਉਹ ਸੋਜਿਸ਼ ਨਾਲ ਜਾਂ ਉਹਦੀ ਰਪਚਰ ਹੋਣ ਲੱਗ ਜਾਂਦੀ ਆ, ਉਹ ਜਾਣੀ ਕਿ ਬਰੀਕ ਛੇਕ ਪੋਰਸ ਹੋ ਜਾਂਦੀ ਆ। ਨਹੀਂ ਤਾਂ ਉਹਦੀ ਜਿਹੜੀ ਲੇਅਰ ਆ ਉਹ ਸੈਮੀ ਪਰਮੀਏਬਲ ਆ। ਇਹਦਾ ਮਤਲਬ ਵੀ ਬਹੁਤ ਬਰੀਕ ਫੂਡ ਦੇ ਜਿਹੜੇ ਅੰਸ਼ ਨੇ ਉਹੀ ਸਿਰਫ ਪਾਸ ਹੋ ਕੇ ਬਲੱਡ ਸਟਰੀਮ ਜਾਣਗੇ, ਬਾਕੀ ਜਿਹੜਾ ਫੋਕਸ ਦਾ ਟੌਕਸਿਨ ਆ ਉਹ ਸਟੂਲ ਦੇ ਥਰੂ ਬਾਹਰ ਆ ਜੂ। ਪਰ ਜਦੋਂ ਉਹ ਹੌਲੀ ਹੌਲੀ ਉਹਦਾ ਜਿਹੜਾ ਬੈਰੀਅਰ ਟਾਈਟ ਜੰਕਸ਼ਨ ਅੰਦਰੋਂ ਟੁੱਟ ਜਾਂਦਾ, ਜੋ ਕੰਪਰੋਮਾਈਜ਼ ਹੋ ਜਾਂਦੀ ਉਹ ਲਾਈਨਿੰਗ, ਫਿਰ ਉਹਦੇ ਵਿੱਚ ਬਰੀਕ ਬਰੀਕ ਗਲੀਆਂ ਹੋ ਜਾਂਦੀਆਂ ਬਹੁਤ ਬਰੀਕ। ਉਹਦੇ ਨਾਲ 5-7-10% ਜਿਹੜੇ ਟੌਕਸਿਕ ਹੈਗੇ ਨੇ ਜਿਹੜੇ ਕਿ ਓਵਰਆਲ ਆਮ ਬੰਦੇ ਦੇ ਸਟੂਲ ਵੱਲ ਨੂੰ ਜਾਣੇ ਚਾਹੀਦੇ ਨੇ, ਐਕਸਕ੍ਰੀਟ ਹੋ ਜਾਣ, ਉਹ ਬਲੱਡ ਸਟਰੀਮ ਚਾਰ ਵਾਲੇ ਨੇ। ਅਤੇ ਉਹਦੇ ਨਾਲ ਥੋੜ੍ਹਾ ਜਿਹੜਾ ਹੈਗਾ ਬਲੱਡ ਉਹ ਟੌਕਸਿਕ ਜਾਂ ਐਸਿਡਿਕ ਹੋ ਜਾਂਦਾ। ਤੇ ਜਦੋਂ ਅਸੀਂ ਸੌਰੀ ਡਾਕਟਰ ਸਾਹਿਬ ਤੁਹਾਡੀ ਗੱਲ ਵਿੱਚੋਂ ਕੱਟਦੀ ਹਾਂ, ਇਹਦੇ ਸਿੰਪਟਮਸ ਕੀ ਹੁੰਦੇ ਆ? ਜੇ ਮੰਨ ਲਓ ਕਿਸੇ ਨੂੰ ਕਿ ਹੁਣ LGS ਆ, ਉਸਨੂੰ ਨੀਂਦਰਾ ਡਿਪਰੈਸ਼ਨ ਆ, ਇਹਦੇ ਕੀ ਸਿੰਪਟਮਸ, ਕਿਵੇਂ ਇਨਸਾਨ ਮਹਿਸੂਸ ਕਰਦਾ, ਕਿਵੇਂ ਉਹਨੂੰ ਪਤਾ ਲੱਗਦਾ ਕਿ ਉਹ ਹੁਣ LGS ਦਾ ਮਰੀਜ਼ ਬਣ ਚੁੱਕਾ ਆ, ਉਹਨੂੰ ਕਿਵੇਂ ਪਤਾ ਲੱਗੂਗਾ? ਹਾਂਜੀ, ਇਹਦਾ ਬਹੁਤ ਸੌਖਾ ਤਰੀਕਾ ਹੈਗਾ ਵੀ ਪਹਿਲਾਂ ਤਾਂ ਚਲੋ IBS ਨਾਲ ਜਿਹੜੇ ਆਪਾਂ ਲੱਛਣ ਦੱਸ ਕੇ ਹਟੇ ਹਾਂ ਉਹ ਹੋ ਗਏ, ਉਸ ਤੋਂ ਬਾਅਦ LGS ਹੋ ਗਈ, ਕਿਉਂਕਿ ਉਹਨੇ ਬਾਅਦ 'ਚ ਹੋਣਾ। ਉਹ ਜਦੋਂ ਹੋ ਜਾਂਦੀ ਹੈ ਤਾਂ ਫਿਰ ਜਿਹਨੂੰ ਆਪਾਂ ਕਹਿੰਦੇ ਹਾਂ ਮੈਂਟਲ ਟਾਇਰਡਨੈਸ, ਥਕੇਵਾਂ ਜਿਹਾ, ਮਸਲ ਦਰਦ ਹੋਣੇ, ਨੀਂਦ ਨਾ ਆਉਣੀ, ਹਾਂਜੀ, ਫਿਰ ਐਂਗਜ਼ਾਇਟੀ ਹੋ ਜਾਣੀ, ਇਹ ਵੀ ਡਿਪਰੈਸ਼ਨ ਵੀ ਹੋ ਜਾਂਦਾ। ਉਹਦੀ ਵੀ ਆਪਾਂ ਅੱਗੇ ਗੱਲ ਕਰਾਂਗੇ ਬਈ ਉਹ LGS ਦੇ ਨਾਲ ਗਾਂ ਕੀ ਹੋ ਜਾਂਦਾ, ਕਿਉਂਕਿ ਜਿਹੜਾ ਆਪਣਾ GIT ਸਿਸਟਮ ਆ, ਇਹ ਰੱਬ ਨੇ ਅੰਦਰੋਂ ਇੱਕ ਵੇਗਸ ਨਰਵ ਆ ਉਹਦੇ ਨਾਲ ਬ੍ਰੇਨ ਨੂੰ ਜੋੜਿਆ ਹੋਇਆ। ਸੋ ਉੱਥੋਂ ਕਿਉਂਕਿ ਆਪਣੇ ਗੱਟ ਦੇ ਵਿੱਚ ਜਾਂ ਇੰਟੈਸਟਿਨ ਦੇ ਵਿੱਚ ਇਮਿਊਨ ਸੈੱਲ ਬਣਦੇ ਆ ਔਰ ਉੱਥੇ ਬਹੁਤ ਸਾਰੇ ਇਮਿਊਨ ਸੈੱਲ ਹੁੰਦੇ ਆ। ਸੋ ਬਾਡੀ ਦੇ 90% ਇਮਿਊਨ ਸੈੱਲ ਨੇ ਜਿਹੜੇ ਉਹ ਗੱਟ ਦੇ ਵਿੱਚ ਹੀ ਨੇ। ਜਦੋਂ ਉਹ ਆਪਣੀ ਜਿਹੜੀ ਅੰਦਰਲੀ ਲਾਈਨਿੰਗ ਆ ਉਹ ਕੰਪਰੋਮਾਈਜ਼ ਹੋ ਜਾਂਦੀ ਆ ਤਾਂ ਜਿਹੜਾ ਇਮਿਊਨ ਸਿਸਟਮ ਆ ਉਹ ਸਾਰਾ ਡਿਸਰਪਟ ਹੋ ਜਾਂਦਾ। ਉਹ ਜਿਵੇਂ ਕਿ ਆਪਾਂ ਹੁਣ ਆਪਣੀ ਚਮੜੀ ਦੇ ਵਿੱਚ ਆਪਣੇ ਕੋਈ ਸੜ ਜਾਵੇ, ਕੋਈ ਨੁਕਸਾਨ ਹੋ ਜਾਵੇ, ਇਹਦੇ ਵਿੱਚ ਦੀ ਬੈਕਟੀਰੀਆ ਐਂਟਰ ਕਰ ਜੂ, ਹੋ ਗਏ ਤਾਂ ਕਾਫੀ ਸਾਰੇ ਨੁਕਸਾਨ ਹੋ ਜਾਣਗੇ, ਚਮੜੀ ਸੋਜਿਸ਼ ਆ ਜੂ, ਵਿੱਚ ਉਹਦੇ 'ਚ ਪਸ ਪੈਣ ਦਾ ਡਰ ਆ, ਹੋਰ ਕਈ ਹੋਗਾ। ਉਸੇ ਤਰ੍ਹਾਂ ਜਦੋਂ ਆਪਣੇ ਐਲੀਮੈਂਟਰੀ ਕਨਾਲ ਦੀ ਜਾਂ ਇੰਟਰਸਟੀਸ਼ੀਅਮ ਕੰਪਰੋਮਾਈਜ਼ ਹੋ ਜਾਂਦੀ ਆ ਤਾਂ ਉਹ ਰਪਚਰ ਹੋਣ ਕਰਕੇ ਜਿਹੜੇ ਟਾਈਟ ਜੰਕਸ਼ਨ ਬਣੇ ਹੋਏ ਨੇ ਅੰਦਰ, ਜਿਹੜੀ ਉਹਨੂੰ ਬੈਰੀਅਰ ਆ ਬਚਾਉਣ ਨੂੰ ਰੋਗਾਂ ਤੋਂ ਇੰਟੈਸਟਿਨ ਦਾ, ਉਹ ਭੰਗ ਹੋ ਗਿਆ। ਉਹਦੇ ਵਿੱਚ ਦੀ ਬਹੁਤ ਸਾਰਾ ਟੌਕਸਿਕ ਵੇਸਟ ਜਾਣ ਲੱਗ ਗਿਆ। ਉਹਦੀ ਸਾਰੀ ਖਬਰ ਵੇਗਸ ਨਰਵ ਅੰਦਰੋਂ ਇੰਟਰਨਲੀ ਬ੍ਰੇਨ ਨੂੰ ਦੇ ਦਿੰਦੀ ਹੈ, ਕਿਉਂਕਿ ਬ੍ਰੇਨ ਨੂੰ ਫਿਰ ਕੀ ਹੋ ਜਾਂਦਾ, ਇੱਕ ਟਰਮ ਹੈਗਾ ਜੀ ਮਤਲਬ ਜੀ LBS, ਕਿਉਂਕਿ ਲੀਕੀ ਬ੍ਰੇਨ ਸਿੰਡਰਮ। ਫਿਰ ਬ੍ਰੇਨ ਦਾ ਜਿਹੜਾ ਉਹਦਾ ਆਪ ਦਾ ਜਿਹੜਾ ਸਿਸਟਮ ਅੰਦਰੋਂ ਉਹ ਥੋੜ੍ਹਾ ਭੰਗ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਪੂਰੀ ਅਸਲੀ ਨਿਊਟ੍ਰੀਸ਼ਨ ਨਹੀਂ ਮਿਲਦੀ, ਉਹਦੇ ਕਰਕੇ ਉਹ ਮੈਲ ਫੰਕਸ਼ਨ ਸ਼ੁਰੂ ਕਰ ਦਿੰਦਾ। ਉਹਦੇ ਨਾਲ ਇੱਕ ਬਹੁਤ ਵੱਡਾ ਇਹ ਵੀ ਕਾਰਨ ਬਣ ਜਾਂਦਾ ਵੀ ਕਿ ਲੋਕਾਂ ਨੂੰ ਡਿਪਰੈਸ਼ਨ ਜਾਂ SSS ਕਹਿੰਦੇ ਨੇ, ਸ਼ੈਲੋ ਸਲੀਪ ਸਿੰਡਰੋਮ ਹੋ ਜਾਂਦਾ ਬਹੁਤ ਸਾਰੇ ਲੋਕਾਂ ਨੂੰ, ਯਾਨੀ ਕਿ ਡੂੰਘੀ ਨੀਂਦ ਨਹੀਂ ਆਉਂਦੀ। ਡੂੰਘੀ ਨੀਂਦ ਚਾਹੇ ਪਾਉਂਗੇ ਵੀ 8 ਘੰਟੇ ਵੀ ਸੌਂਦਾ, ਕੋਈ 5 ਘੰਟੇ ਸੌਂਦਾ, ਪਰ ਡੂੰਘੀ ਨੀਂਦ ਤਾਂ ਜੀ 3 ਤੋਂ 4 ਘੰਟੇ ਵੀ ਕਿਸੇ ਨੂੰ ਆ ਜਾਵੇ ਨਾ ਤਾਂ ਮੋਰ ਦੈਨ ਇਨਫ ਆ। ਪਰ ਬਹੁਤੇ ਲੋਕਾਂ ਨੂੰ ਆਉਂਦੀ ਨਹੀਂ ਜਾਂ ਪਤਾ ਹੀ ਨਹੀਂ ਲੱਗਦਾ। ਜੇ ਉਹ ਆ ਜਾਵੇ ਤਾਂ ਸਾਡਾ ਬ੍ਰੇਨ ਫਿਰ ਆਰਾਮ ਲੈਂਦਾ, ਸਾਰੀ ਬੋਡੀ ਵੀ ਆਰਾਮ ਲੈਂਦੀ ਆ। ਜੋ ਨਾ ਆਵੇ ਤਾਂ ਉਹਨੂੰ ਮਤਲਬ ਥੱਕਿਆ ਉੱਠੂਗਾ ਔਰ ਫਿਰ ਉਹਦਾ ਮਨ ਉਚਾਟ ਹੋਣਾ ਸ਼ੁਰੂ ਹੋ ਜੂ, ਐਂਗਜ਼ਾਇਟੀ ਕਿੱਕਨ ਹੋ ਸਕਦੀ ਹੈ, ਸਟ੍ਰੈਸ ਵਧੂਗਾ ਅਤੇ ਇਨਸਾਮਨੀਆ, ਇਹਨੂੰ ਕਪਨ ਨੀਂਦ ਨਾ ਆਉਣੀ, ਘੱਟ ਆਉਣੀ, ਉਹ ਹੋ ਜੂ। ਉਹਦੇ ਹੋਣ ਨਾਲ ਫਿਰ ਮੈਂਟਲ ਬਿਮਾਰੀਆਂ ਨੂੰ ਇੱਕ ਰਾਹ ਮਿਲ ਜਾਂਦਾ। ਤੇ ਜਦੋਂ ਅਸੀਂ ਕਹਿੰਦੇ ਆ ਕਿ ਕੋਈ ਇਨਸਾਨ ਹੁਣ ਕਹਿ ਰਿਹਾ ਮੈਨੂੰ ਸਟ੍ਰੈਸ ਹੋ ਗਈ ਆ, ਮੈਨੂੰ ਨੀਂਦ ਨਹੀਂ ਆ ਰਹੀ, ਬਹੁਤੇ ਲੋਕਾਂ ਦੀ ਇਹ ਸ਼ਿਕਾਇਤ ਆ ਕਿ ਉਹਨਾਂ ਨੂੰ ਗੂੜੀ ਨੀਂਦ ਨਹੀਂ ਆਉਂਦੀ। ਇਹ ਗੂੜੀ ਨੀਂਦ ਕਿਵੇਂ ਆਉਂਦੀ, ਕੀ ਫਰਕ ਆ ਆਮ ਨੀਂਦ ਆਉਣ 'ਚ ਤਾਂ ਗੂੜੀ ਨੀਂਦ ਆਉਣ 'ਚ? ਕਿੰਨੇ ਘੰਟੇ ਦੀ ਨੀਂਦ ਸਾਨੂੰ ਲੈਣੀ ਚਾਹੀਦੀ ਆ ਰੈਗੂਲਰ ਵੈਸੇ, ਤੇ ਗੂੜੀ ਨੀਂਦ ਜੇ ਕਿੰਨੇ ਘੰਟੇ ਦੀ ਹੈ ਜਿਹੜੀ ਆ ਜਾਵੇ ਤਾਂ ਉਹ ਸਾਡੀ ਸਿਹਤ ਲਈ ਵਧੀਆ ਆ? ਹਾਂਜੀ, ਜੋ ਮੈਡੀਕਲ ਟਰਮਨੋਲੋਜੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਹੋਰ ਤਾਂ ਜੇ ਤੇ ਸਟੱਡੀ ਕਰਦੇ ਹਾਂ ਤਾਂ ਐਵਰੇਜ ਇਨਸਾਨ ਨੂੰ 7 ਤੋਂ 8 ਘੰਟੇ ਸੌਣ ਵਾਸਤੇ ਕਿਹਾ ਜਾਂਦਾ। ਪਰ ਅਗੇਨ ਗੱਲ ਉੱਥੇ ਆ ਵੀ ਉਹ 7 ਘੰਟੇ 'ਚ ਨਹੀਂ ਵੀ ਸੌਵਾਂਗੇ। ਕਿਸੇ ਬੰਦੇ ਕੋਈ ਐਸੇ ਵੀ ਮੈਂ ਦੇਖੇ ਨੇ, ਆਪਾਂ ਸੁਣਦੇ ਵੀ ਹਾਂ ਵੀ 4-5 ਘੰਟੇ 'ਚ ਸਾਰ ਲੈਂਦੇ ਨੇ ਔਰ ਸਹੀ ਵੀ ਰਹਿੰਦੇ ਨੇ, ਸਿਹਤ ਵੀ ਠੀਕ ਰਹਿੰਦੀ ਆ। ਸੋ ਇਹਦਾ ਮਤਲਬ ਇਹ ਬਣ ਜਾਂਦਾ ਵੀ ਉਹ ਲੋਕ 4 ਤੋਂ 5 ਘੰਟੇ ਜਾਂ ਐਟਲੀਸਟ 3 ਤੋਂ 4 ਘੰਟੇ ਉਹ ਗੂੜੀ ਨੀਂਦ ਚਲੇ ਜਾਂਦੇ ਨੇ। ਤਾਂ ਗੂੜੀ ਨੀਂਦ ਉਹ ਵੀ ਜਦੋਂ ਮਤਲਬ ਬੇਸੁਰਤ ਹੋ ਕੇ ਪਿਆ ਰਹਿੰਦਾ, ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ। ਛੇਤੀ ਕਿਤੇ ਮਾੜੀ ਮੋਟੀ ਕੀ ਆਹਟ ਹੁੰਦੀ ਹੈ, ਕੋਈ ਪਿੱਛੇ ਛੋਟਾ ਮੋਟਾ ਖੜਕਾ ਹੁੰਦਾ, ਉਹਨੂੰ ਪਤਾ ਨਹੀਂ, ਔਰ ਪੂਰੀ ਬੋਡੀ ਐਟ ਰੈਸਟ
ਚਲੀ ਜਾਂਦੀ ਹੈ, ਉਹ ਗੂੜੀ ਨੀਂਦ ਦੀ ਨਿਸ਼ਾਨੀ ਹੈ। ਤੇ ਜਦੋਂ ਡਾਕਟਰ ਸਾਹਿਬ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਨੀਂਦ ਦੀ ਗੱਲ ਕੀਤੀ ਹੈ, ਹੁਣ ਅਸੀਂ ਗੱਲ ਕਰਦੇ ਸੀ ਕਿ LGS ਆ ਜਾਂ IBS ਆ, ਇਹਦੇ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਹੁਣ ਸਾਨੂੰ ਸ਼ੁਰੂਆਤ ਹੋ ਗਈ ਆ, ਸਿੰਪਟਮਸ ਆ ਗਏ ਆ, ਨੀਂਦ ਨਹੀਂ ਆ ਰਹੀ, ਨੀਂਦਰਾ ਜਿਹਾ ਰਹਿੰਦਾ, ਬੋਡੀ ਪੇਨ ਕਰਦੀ ਰਹਿੰਦੀ ਆ, ਤੇ ਇਹਦੀਆਂ ਕਿਹੜੀ ਸਟੇਜ ਹੁੰਦੀ ਆ, ਪਹਿਲੀ ਦੂਜੀ ਤੀਜੀ, ਏਦਾਂ ਕੁਝ ਹੁੰਦਾ ਕਿ ਵਰਸ ਹੋ ਜਾ, ਜਿਹਦਾ ਇਲਾਜ ਨਹੀਂ ਟਾਈਮ ਸਿਰ ਕਰਾਉਂਦੇ, ਇਹ ਵੱਧ ਰਹੀ ਆ ਗਾਂ ਦੀ ਗਾਂ, ਸੋ ਇਹ ਜਦੋਂ ਪਤਾ ਲੱਗ ਗਿਆ ਉਦੋਂ ਹੀ ਇਹਦਾ ਇਲਾਜ ਸ਼ੁਰੂ ਕਰਨਾ ਚਾਹੀਦਾ? ਹਾਂਜੀ, IBS ਦੇ ਤੁਹਾਨੂੰ ਕਿਹਾ ਮੁੱਢਲੇ ਥੋੜ੍ਹੇ ਜਿਹੇ ਸਿੰਪਟਮ ਨੇ ਵੀ ਖੁਰਾਕ ਪੂਰੀ ਤਰ੍ਹਾਂ ਪਚਣੀ ਨਾ, ਢਿੱਡ ਭਾਰਾ ਜਿਹਾ ਰਹਿਣਾ, ਗੈਸ ਬਲੋਟਿੰਗ ਹੋਈ ਜਾਣੀ, ਕੋਈ ਭੁੱਖ ਢਕਾਰ ਜਿਹੀ ਆਈ ਜਾਣੀ, ਕਬਜ਼ ਹੋ ਜਾਣੀ, ਜਾਂ ਕਦੇ ਵੱਲ ਸਡਨ ਡਾਇਰੀਆ ਹੋ ਜਾਣਾ, ਫਿਰ ਨਾਲ ਨੀਂਦ ਨਾ ਆਉਣੀ, ਪਿਆਸ ਕਦੇ ਵੱਧ ਕਦੇ ਘੱਟ ਲੱਗਣੀ, ਔਰ ਮੋਟਾਪਾ ਹੋਣਾ ਸ਼ੁਰੂ ਹੋ ਜਾਣਾ, ਸਿਰ ਦਰਦ ਰਹਿਣਾ, ਇਹ ਉਹਦੀਆਂ ਨਿਸ਼ਾਨੀਆਂ ਨੇ ਜਿੱਥੋਂ ਤੁਹਾਨੂੰ ਪਤਾ ਲੱਗਦਾ ਵੀ IBS ਹੈਗੀ ਆ। ਸੋ ਇਸ ਕੇਸ ਦੇ ਵਿੱਚ ਪਹਿਲਾਂ ਤਾਂ ਆਪਦੇ ਫੈਮਿਲੀ ਡਾਕਟਰ ਕੋਲ ਜਾਓ, ਚੈੱਕ ਕਰਵਾਓ ਵੀ ਕੀ ਗੱਲ ਆ, ਕਿਉਂ ਹੋ ਰਹੀ ਆ, ਜੇ ਉਹਨਾਂ ਨੂੰ ਕਿਸੇ ਟੈਸਟ ਨੂੰ ਭੇਜਣ ਦੀ ਲੋੜ ਆ, ਕਈ ਵਾਰੀ ਐਂਡੋਸਕੋਪੀ ਜਾਂ ਕੋਲੋਨੋਸਕੋਪੀ ਵੀ ਕਰਾਉਣੀ ਪੈਂਦੀ ਹੈ, ਕਈ ਖਾਸ ਜਿਹੜੇ ਅਗਾਂਹ ਲੰਘ ਜਾਂਦੇ ਨੇ, ਕੇਸ ਥੋੜ੍ਹੇ ਖਰਾਬ ਹੋ ਜਾਂਦੇ ਨੇ, ਔਰ ਨਾਲ ਇਹਦੇ ਜੀਭ ਤੋਂ ਚੈੱਕ ਹੋ ਜਾਂਦਾ, ਅੱਖਾਂ ਤੋਂ ਕਾਫੀ ਸਾਰੀ ਚੈਕਿੰਗ ਹੈਗੀ ਹੈ ਜਿੱਥੋਂ ਪਤਾ ਲੱਗ ਜਾਂਦਾ ਬਈ ਤੁਹਾਡਾ ਕੀ ਆ, ਭੁੱਖ ਤੋਂ, ਪਿਆਸ ਤੋਂ, ਇਹ ਸਾਰੀਆਂ ਚੀਜ਼ਾਂ ਇੰਡੀਕੇਟ ਕਰ ਦਿੰਦੀਆਂ ਨੇ ਵੀ ਤੁਹਾਨੂੰ IBS ਸ਼ੁਰੂ ਹੋ ਰਹੀ ਹੈ। ਅਤੇ ਉਦੋਂ ਉਹਦਾ ਇਲਾਜ ਆਪਾਂ ਕਰਨ ਨੂੰ ਜੇ ਆਪਾਂ ਦੇਖੀਏ ਤਾਂ ਕੁਝ ਚੀਜ਼ਾਂ ਜਿਹੜੀਆਂ ਮੈਂ ਸੁਜੈਸਟ ਵੀ ਕਰੂੰ ਵੀ ਬਿਨਾਂ ਕਿਸੇ ਡਾਕਟਰ ਕੋਲ ਜਾਏ ਤੋਂ ਵੀ, ਜਦ ਤੁਹਾਨੂੰ ਸ਼ੁਰੂ ਹੁੰਦੀ ਕਿ ਸ਼ੁਰੂ 'ਚ ਇੰਨੀ ਉਹ ਡੇਂਜਰਸ ਨਹੀਂ ਵੀ ਤੁਹਾਨੂੰ ਫਟਾਫਟ ਕਿਸੇ ਡਾਕਟਰ ਜਾਂ ਹੌਸਪੀਟਲ ਕੋਲ ਭੱਜਣਾ ਪੈ ਜਾਵੇ, ਤੁਸੀਂ ਪਹਿਲਾਂ ਤਾਂ 4-5 ਚੀਜ਼ਾਂ ਮੈਂ ਤੁਹਾਨੂੰ ਨੁਕਤੇ ਦੇਣ ਲੱਗਿਆ ਜੀ ਸਾਰੇ ਸੁਣਨ ਵਾਲਿਆਂ ਨੂੰ। ਇੱਕ ਤਾਂ ਸਭ ਤੋਂ ਵੱਡਾ ਕਲਪ੍ਰਿਟ ਖਾਣ ਵਾਲੀਆਂ ਚੀਜ਼ਾਂ 'ਚੋਂ ਸ਼ੂਗਰ ਆ। ਆਪਾਂ ਨੂੰ ਆਮ ਸਾਰਿਆਂ ਨੂੰ ਪਤਾ ਵੀ ਸ਼ੂਗਰ ਇਜ਼ ਦ ਮੋਸਟ ਇਨਫਲੇਮੇਟਰੀ ਸਬਸਟੈਂਸ ਟੂ ਬੀ ਈਟਨ ਬਾਈ ਹਿਊਮਨ ਨੇਚਰ। ਸੋ ਉਹਨੂੰ ਆਪਾਂ ਬਚਾਉਣਾ ਕਿਵੇਂ ਆ? ਸਿੱਧੀ ਖੰਡ ਜਾਂ ਕਿਸੇ ਕਿਸਮ ਦੀ ਪ੍ਰੋਸੈਸਡ ਖੰਡ, ਜਿਵੇਂ ਕਿ ਕੈਂਡੀਆਂ, ਸ਼ੂਗਰ ਕਿਸੇ ਵੀ ਤਰ੍ਹਾਂ 'ਚ, ਜਾਂ ਫਿਰ ਤੁਸੀਂ ਆਪਾਂ ਮਠਿਆਈਆਂ, ਐਗਜ਼ੈਕਟਲੀ, ਹੋਰ ਕੈਂਡੀਆਂ, ਕੋਕ, ਪੌਪ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ। ਉਸ ਤੋਂ ਸੈਕੰਡ ਕੈਟੇਗਰੀ 'ਚ ਉਹਦੇ ਅੰਦਰ ਹੀ ਆ ਜਾਂਦਾ ਆਟਾ, ਪੈਸਟਾ, ਬ੍ਰੈਡ, ਚਿੱਟਾ ਆਟਾ ਖਾਸ ਕਰ, ਜਾਂ ਕਣਕ ਦਾ ਆਟਾ ਵੀ, ਕਿਉਂਕਿ ਉਹਦੇ ਵਿੱਚ ਜਿਹੜੀ ਗਲੂਟਨ ਆ, ਮੈਂ ਤਾਂ ਕਈ ਵਾਰੀ ਡਿਫਾਈਨ ਕਰਨ ਨੂੰ ਇੱਕ ਟਰਮ ਆਪਦੀ ਕੋਇਨ ਕੀਤੀ ਹੋਈ ਹੈ ਵੀ ਗਲੂਟਨ ਨੂੰ ਸਮਝਾਉਣ ਨੂੰ। ਗਲੂ ਨੂੰ ਆਪਾਂ ਸਾਰੇ ਜਾਣਦੇ ਹਾਂ, ਗੂੰਦ ਨੂੰ ਗਲੂ ਕਹਿੰਦੇ, ਬੱਚੇ ਕਹਿੰਦੇ ਵੀ ਸਕੂਲ 'ਚ ਗਲੂ ਵਰਤਦੇ ਆ, ਅਤੇ ਟਰਮ ਇਹਨੇ ਬਹੁਤ ਸਾਰੀ ਟਰਨ ਆਫ ਗਲੂ ਆ ਉਹਦੇ ਵਿੱਚ, ਜਿਹੜੀ ਕਿ ਸਾਨੂੰ ਆਟੇ ਨੂੰ ਮੁਲਾਇਮ ਤਾਂ ਕਰਦੀ ਆ, ਰੋਟੀ ਵੀ ਸੌਖੀ ਆ, ਪਰ ਅੰਦਰ ਜੁੜਦੀ ਆ, ਔਰ ਉਹਦੇ ਵਿੱਚ ਜਿਹੜਾ ਵਿੱਚ ਉਹਦੇ ਸਟਾਰਚ ਹੁੰਦਾ ਉਹ ਮਿੱਠੇ ਦਾ ਕੰਮ ਦਿੰਦਾ। ਸੋ ਮਿੱਠਾ ਵੀ ਆ ਗਿਆ, ਗਲੂਟਨ ਵੀ ਆ ਗਈ। ਗਲੂਟਨ ਜਦੋਂ ਬੋਡੀ ਦੇ ਅੰਦਰ ਚਿੰਬੜਦੀ ਆ ਤਾਂ ਇਹ IBS ਜਾਂ IBD ਦਾ ਮੁੱਢਲਾ ਕਾਜ਼ ਇਹ ਬਣਦੀ ਆ। ਸੋ ਇਹ ਤੋਂ ਬਿਲਕੁਲ ਪਰੇ ਰਹੋ। ਇਹਦੀ ਥਾਂ 'ਤੇ ਕੀ ਖਾਣਾ? ਕੋਈ ਛੋਲਿਆਂ ਦਾ ਆਟਾ ਖਾ ਲਓ, ਰਾਗੀ ਆਟਾ, ਬਾਜਰਾ, ਕਿਨੂਆ, ਹੈਂਪ, ਹਾਂਜੀ, ਚੀਆ ਸੀਡਸ, ਇਹਨਾਂ ਦੀ ਵਰਤੋਂ ਕਰ ਲਓ। ਕੋਕੋਨਟ ਫਲਾਵਰ ਹੋ ਗਿਆ, ਆਲਮੰਡ ਫਲਾਵਰ ਹੋ ਗਿਆ, ਸੋ ਬਹੁਤ ਸਾਰੇ ਸਬਸਟੀਟਿਊਟ ਨੇ। ਜਾਂ ਤੁਸੀਂ ਫਿਸ਼ ਖਾ ਲਓ, ਜਾਂ ਤੁਸੀਂ ਤਰ੍ਹਾਂ ਤਰ੍ਹਾਂ ਦੇ ਸੂਪ, ਵੈਜੀਟੇਬਲ ਸੂਪ ਖਾ ਲਓ। ਸੋ ਉਹ ਚੀਜ਼ਾਂ ਨੇ। ਔਰ ਪਾਣੀ ਟੈਪ ਦਾ ਨਾ ਪੀਓ, ਵਧੀਆ ਪਾਣੀ ਪੀਓ, ਸਪਰਿੰਗ ਵਾਟਰ ਪੀਓ, ਟੂਟੀ 'ਚੋਂ ਕੱਢ ਕੇ ਨਾ ਪੀਓ, ਜਾਂ ਟੂਟੀ ਵਾਲਾ ਗਰਮ ਪਾਣੀ ਨਾ ਕੱਢ ਕੇ ਪੀਓ, ਜਿਹੜਾ ਕਿ ਉਦੋਂ ਵੀ ਵਰਸਾ। ਔਰ ਖਾਣ ਤੋਂ ਪਹਿਲਾਂ ਪੀ ਲਓ, 15-20 ਮਿੰਟ ਜਾਂ ਘੰਟਾ ਬਾਅਦ 'ਚ ਪੀਓ। ਇਹ ਸਾਰੇ ਪ੍ਰੀਕਾਸ਼ਨ ਦੇ ਵਿੱਚ ਆਉਂਦੇ ਨੇ, ਜਿਹਨੂੰ ਅਸੀਂ ਦੇਖ ਕੇ ਰੱਖ ਕੇ, ਔਰ ਇਹ ਚੀਜ਼ਾਂ ਨੂੰ ਪ੍ਰੋਸੈਸ ਫੂਡ ਤੋਂ, ਫਾਸਟ ਫੂਡ ਤੋਂ, ਇਹਨਾਂ ਤੋਂ ਬਚ ਕੇ ਰਹੀਏ। ਘਰ ਦਾ ਖਾਣਾ ਖਾਈਏ, ਸਿੰਪਲ ਖਾਈਏ, ਉਹਦੇ ਨਾਲ ਆਪਾਂ ਇਹ ਤੋਂ ਪਹਿਲਾਂ ਬਚ ਸਕਦੇ ਹਾਂ ਬਿਨਾਂ ਕਿਸੇ ਡਾਕਟਰ ਦੇ ਜਾਣ ਤੋਂ ਬਿਨਾਂ। ਜੀ, ਤੁਸੀਂ ਖੁਰਾਕ ਬਾਰੇ ਤਾਂ ਦੱਸ ਦਿੱਤਾ ਕਿ ਚੰਗੀ ਸਿਹਤ ਰੱਖਣ ਦੇ ਲਈ ਸਾਨੂੰ ਕਿਹੋ ਜਿਹੀ ਖੁਰਾਕ ਖਾਣੀ ਚਾਹੀਦੀ ਆ, ਤੇ ਖੁਰਾਕ ਦੇ ਨਾਲ ਨਾਲ ਇੱਕ ਜ਼ਿੰਦਗੀ ਜਿਉਣ ਦੇ ਲਈ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜਿਹੜੀ ਉਹ ਆ ਪਾਣੀ। ਸੋ ਪਾਣੀ ਦੇ ਬਾਰੇ ਤੁਹਾਡੀ ਕੀ ਰਾਏ ਆ? ਕਿਉਂਕਿ ਟੂਟੀਆਂ ਦਾ ਪਾਣੀ, ਮਿਨਰਲ ਬੋਤਲਾਂ ਦਾ ਪਾਣੀ ਜਾਂ ਇਹੋ ਜਿਹਾ, ਤੁਸੀਂ ਕੀ ਕਹੋਗੇ? ਕਈ ਲੋਕ ਉਬਾਲ ਕੇ ਪੀਂਦੇ ਆ, ਕਈ ਵਿੱਚ ਸੋਡਾ ਮਿਲਾ ਕੇ ਪੀਂਦੇ ਆ, ਤੇ ਤੁਸੀਂ ਕੀ ਕਹੋਗੇ ਇਹਦੇ ਬਾਰੇ? ਹਾਂਜੀ, ਪਾਣੀ ਬਾਰੇ ਬਹੁਤ ਕੁਛ ਬੱਚਾ ਤਾਂ ਬੜੀ ਆਪਾਂ ਨੂੰ ਸੁਣਨ 'ਚ ਮਿਲਦਾ ਥਾਂ ਥਾਂ 'ਤੇ, ਪਰ ਪਾਣੀ ਦੀ ਜਿਹੜੀ ਬੇਸਿਕ ਇਹਦੀ ਡੈਫੀਨੇਸ਼ਨ, ਪਾਣੀ ਜਿਹੜਾ ਨਿਊਟਰਲ ਕਿਹਾ ਜਾਂਦਾ, pH ਨਿਊਟਰਲ। ਕਹਿਣ ਦਾ ਮਤਲਬ ਅਸਲੀ ਪਾਣੀ ਜਿਹੜਾ ਸਪਰਿੰਗ ਵਾਟਰ ਕਹਿ ਲਓ, ਜਾਂ ਪਹਾੜਾਂ ਤੋਂ ਜਾਂ ਮੀਂਹ ਦਾ ਪਾਣੀ ਸਾਫ਼ ਆਵੇ, ਤਾਂ ਉਹਦੀ pH ਹੈ ਜਿਹੜੀ P ਛੋਟੀ ਜਿਹੀ H ਵੱਡੀ ਪੋਟੈਂਸ਼ੀਅਲ ਹਾਈਡਰੋਜਨ, ਹਾਈਡਰੋਜਨ ਦੇ ਆਇਨ ਕਿੰਨੇ ਨੇ ਇਹਦੇ ਵਿੱਚ, ਤਾਂ ਉਹ 7 ਗਿਣੀ ਜਾਂਦੀ ਆ। ਸੋ 7 ਦੀ ਜਿਹੜੀ pH ਸਕੇਲ ਵੀ ਹੈ 0 ਤੋਂ 14 ਆ। ਸੋ 7 ਤੋਂ ਜਿਹੜੀ ਚੀਜ਼ ਥੱਲੇ ਆ 654, ਉਹ ਹਾਈਲੀ ਜਾਂ ਮਾਈਲਡ ਐਸਿਡਿਕ ਆ, ਉਦੋਂ ਉੱਪਰਲੀ ਐਲਕਲਾਈਨ ਆ। ਸੋ ਪਾਣੀ ਜਦੋਂ ਆਪਾਂ ਪਾਣੀ ਪੀਂਦੇ ਹਾਂ, ਜੇ ਉਹ ਸਪਰਿੰਗ ਵਾਟਰ ਜਾਂ ਪਹਾੜਾਂ ਦਾ ਪਾਣੀ, ਜਾਂ ਕੁਦਰਤ ਦਾ ਜੋ ਸੋਮਿਆਂ ਦਾ ਪਾਣੀ, ਜਾਂ ਆਪਾਂ ਨੂੰ ਮੀਂਹ ਦਾ ਪਾਣੀ ਮਿਲ ਜਾਵੇ ਸਾਫ਼, ਤਾਂ ਉਹ ਸਭ ਤੋਂ ਵਧੀਆ ਪਾਣੀ ਮਿਲ ਜਾਂਦਾ। ਕਿਉਂਕਿ ਉਹ ਉਸ ਪਾਣੀ ਦੇ ਵਿੱਚ ਇਕੱਲੀ
ਹਾਈਡਰੋਜਨ ਆਕਸਾਈਡ ਜਾਂ ਜਿਹਨੂੰ ਪਾਣੀ ਆਪਾਂ ਕਹਿੰਦੇ H2O ਨਹੀਂ ਹੁੰਦਾ, ਉਹਦੇ ਵਿੱਚ ਬਹੁਤ ਸਾਰੇ ਮਿਨਰਲ ਵੀ ਹੁੰਦੇ। ਜਦੋਂ ਆਪਾਂ ਟੂਟੀ ਦਾ ਪਾਣੀ ਪੀਂਦੇ ਹਾਂ ਉਹਦੇ 'ਚ ਮਿਨਰਲ ਤਾਂ ਹੁੰਦੇ ਆ, ਪਰ ਉਹਨੂੰ ਆਪਣਾ ਕਲੋਰੀਨਾਈਜ਼ ਕੀਤਾ ਜਾਂਦਾ, ਉਹ 'ਚ ਕਲੋਰੀਨ ਪਾਈ ਜਾਂਦੀ ਆ ਕੀਟਾਣੂ ਮਾਰਨ ਨੂੰ। ਪਰ ਉਹ ਪਾਣੀ ਤੋਂ ਜੇ ਆਪਾਂ ਪਾਣੀ ਟੂਟੀ 'ਚੋਂ ਕੱਢ ਲਈਏ ਬਲਜਿੰਦਰ ਜੀ, ਕੁਛ ਚਿਰ ਲਈ ਬਾਹਰ ਰੱਖ ਵੀ ਦਈਏ ਤਾਂ ਤਕਰੀਬਨ 95, 96, 97% ਕਲੋਰੀਨ ਨਿਕਲ ਵੀ ਜਾਂਦੀ ਆ। ਪਰ ਉਹਦੇ ਵਿੱਚ ਬਾਈ ਪ੍ਰੋਡਕਟ ਨੇ ਕਲੋਰੀਨੇਟਸ, ਜਿਹੜੀਆਂ ਉਹਦੀਆਂ ਪਾਣੀ ਦੇ ਪਾਈਪਾਂ ਦੇ ਵਿੱਚ ਦੀ ਕਲੋਰੀਨ ਦੀ ਰਿਐਕਸ਼ਨ ਨਾਲ ਬਣੇ ਨੇ, ਉਹ ਨਹੀਂ ਨਿਕਲਦੇ ਜੀ। ਉਹ ਗਰਮ ਕਰਨ ਨਾਲ ਵੀ ਨਹੀਂ ਨਿਕਲਣਗੇ, ਕਿਉਂਕਿ ਬਹੁਤ ਫਾਇਦਾ ਨਹੀਂ, ਡਿਸਟਲ ਨਾਲ ਨਿਕਲਣਗੇ। ਪਰ ਜੇ ਡਿਸਟਲ ਕਰਾਂਗੇ ਜਾਂ RO ਪਾਣੀ ਪੀਵਾਂਗੇ ਸਿੱਧਾ ਬਿਨਾਂ ਉਹਦੇ 'ਚ ਕੋਈ ਮਿਨਰਲ ਐਡ ਕਰੇ ਤੋਂ, ਤਾਂ ਪਾਣੀ ਜ਼ਰੂਰ ਸਾਫ਼ ਹੋਊ ਪਰ ਉਹ 'ਚ ਮਿਨਰਲ ਨਹੀਂ ਹੋਣੇ। ਔਰ ਮਿਨਰਲ ਆਪਣੇ ਬਲਜਿੰਦਰ ਜੀ ਆਪਾਂ ਨੂੰ ਖੁਰਾਕ ਨਾਲੋਂ ਵੀ ਜ਼ਰੂਰੀ ਨੇ। ਆਪਾਂ ਇੱਕ ਦਿਨ ਮਿਨਰਲ 'ਤੇ ਵੀ ਗੱਲ ਕਰਾਂਗੇ। ਜਿਹੜੀਆਂ ਬੋਟਲ ਦਾ ਪਾਣੀ ਆ ਫਿਰ ਉਹ ਕਹਿੰਦੇ ਮਿਨਰਲ ਵਾਟਰ ਹੈਗਾ ਆ, ਉਹ ਕਿੰਨਾ ਕੁ ਸਹੀ ਰਹਿੰਦਾ ਹੈ? ਦੇਖੋ ਜੀ, ਇੱਕ ਪਾਣੀ ਤਾਂ RO ਪਾਣੀ ਹੈ, ਰਿਵਰਸ ਓਸਮੋਸਿਸ ਕਹਿੰਦੇ ਆ, ਆਮ ਮਿਲਦਾ ਸਟੋਰਾਂ 'ਚ ਵੀ। ਉਹ ਤਾਂ ਐਨਾਟੋਮਿਕਲੀ ਡੈਡ ਵਾਟਰ ਹੈ, ਹੈਗਾ ਸਾਫ਼, ਉਹ 'ਚ ਕੁਛ ਵੀ ਮਾੜਾ ਕੁਛ ਵੀ ਚੰਗਾ ਨਹੀਂ, ਵਧੀਆ ਪਾਣੀ ਆ ਜੋ ਪੀਣਾ ਪੀਤਾ ਜਾ ਸਕਦਾ। ਉਹਦੇ ਵਿੱਚ ਤਾਂ ਨਿੰਬੂ ਨਿਚੋੜ ਦਿਓ, ਖੀਰਾ ਵਗੈਰਾ ਰੱਖ ਲਓ ਕੋਈ, ਜਾਂ ਮਿਨਰਲ ਕੰਪਲੈਕਸ ਮਿਲ ਜਾਂਦੇ ਨੇ, ਮਿਨਰਲ ਸੋਲਿਊਸ਼ਨ ਮਿਲ ਜਾਂਦੇ ਨੇ, ਉਹ ਵਿੱਚ ਪਾ ਲਓ, ਐਡ ਕਰ ਲਓ ਉਹਦੇ ਵਿੱਚ, ਤਾਂ ਜਿਹੜੇ ਉਹਦੇ ਕੱਢੇ ਹੋਏ ਮਿਨਰਲ ਨੇ ਉਹ ਪੂਰੇ ਹੋ ਜਾਣ, ਤਾਂ ਪਾਣੀ ਪ੍ਰੋਪਰ ਪਾਣੀ ਬਣ ਜਾਵੇ। ਤੁਸੀਂ ਕਿਹਾ ਕਿ ਮੀਂਹ ਦਾ ਪਾਣੀ, ਮੇਰੇ ਇੱਕ ਸਵਾਲ ਜ਼ਹਿਨ ਦੇ ਵਿੱਚ ਆਇਆ ਕਿ ਮੀਂਹ ਦਾ ਪਾਣੀ ਅਸੀਂ ਮੰਨ ਲਓ ਕਿ ਇੱਕ ਸਾਫ਼ ਭਾਂਡਾ ਅਸੀਂ ਮੀਂਹ ਪੈਂਦੇ 'ਚ ਬਾਹਰ ਰੱਖ ਦਿੱਤਾ, ਉਹ ਪਾਣੀ ਦਾ ਭਰ ਗਿਆ, ਤੇ ਉਹ ਪੀਣਾ ਸਾਡੇ ਲਈ ਫਾਇਦੇਮੰਦ ਹੈ? ਉਹਨੂੰ ਕੋਈ ਕਲੀਨ ਕਰਕੇ ਪੀਣਾ ਪਊ ਜਾਂ ਸਿੱਧਾ ਹੀ ਅਸੀਂ ਪੀ ਸਕਦੇ? ਉਹਨੂੰ ਜੇ ਆਪਾਂ ਡਾਇਰੈਕਟਲੀ ਜਿਹੜੀ ਗੱਲ ਕਰੀਏ, ਉਹ ਪਾਣੀ ਇੱਕ ਡਿਸਟਲ ਵਾਟਰ ਮੰਗੂ ਆ, ਜਿਹੜਾ ਕਿ ਡਿਸਟਲ ਵਾਟਰ ਵੀ 100% ਪੀਣ ਨੂੰ ਚੰਗਾ ਨਹੀਂ ਆ। ਕਿਉਂਕਿ ਜੋ ਉਹੀ ਪਾਣੀ ਮੀਂਹ ਵਾਲਾ, ਮੀਂਹ ਤਾਂ ਮੇਰਾ ਮਤਲਬ ਜਦੋਂ ਪਹਾੜਾਂ ਦੇ 'ਚ ਪੈਂਦਾ, ਪਹਾੜਾਂ ਤੋਂ ਥੱਲੇ ਆਉਂਦਾ ਪਾਣੀ, ਉਹਦੇ ਵਿੱਚ ਰਸਤੇ 'ਚ ਮਿਨਰਲ ਰਲਦੇ ਨੇ, ਕਿਉਂਕਿ ਡਿਸਟਲ ਹੋ ਕੇ ਥੱਲਿਓਂ ਸਮੁੰਦਰ 'ਚੋਂ ਪਾਣੀ ਗਿਆ ਜਾਂ ਦਰਿਆਵਾਂ 'ਚੋਂ ਗਿਆ, ਉਹ ਬਿਲਕੁਲ ਨੋਰਮਲ ਪਾਣੀ ਡਿਸਟਲ ਹੋ ਕੇ ਜਾਂਦਾ, ਉਹਦੇ ਵਿੱਚ ਸਿਰਫ ਪਾਣੀ ਆ, ਭਾਫ ਦਾ ਬਣਦਾ, ਉਹ ਸਾਰੇ ਮਿਨਰਲ ਥੱਲੇ ਹੀ ਰਹਿ ਜਾਂਦੇ ਨੇ। ਉਹ ਦੁਬਾਰਾ ਰਿਪਲੈਨਿਸ਼ ਹੋ ਜਾਂਦੇ ਨੇ ਜਦੋਂ ਕੁਦਰਤੀ ਪਾਣੀ ਪਹਾੜਾਂ ਤੋਂ ਡਿੱਗਦਾ ਥੱਲੇ ਆਉਂਦਾ। ਸੋ ਉਹ ਪਾਣੀ, ਸਮਝ ਲੈ ਮੇਰੀ ਗੱਲ, ਉਸ ਪਾਣੀ ਦਾ ਰੱਬ ਪਹਾੜਾਂ ਦੇ ਥਰੂ ਮਿਨਰਲ ਰਲਾਉਂਦਾ ਉਹਦੇ ਵਿੱਚ, ਜਿਹੜੇ ਕਿ ਸਿੱਧੇ ਪਾਣੀ 'ਚ ਬਹੁਤ ਸਾਫ਼ ਮਿਲ ਜੂਏ ਮੀਂਹ ਦਾ ਪਾਣੀ ਪੀਣ ਨੂੰ, ਬਾਕੀ ਪਾਣੀ ਨਾਲੋਂ ਚੰਗਾ। ਜਾਂ ਉਹਦੇ ਵਿੱਚ ਵੀ ਨਿੰਬੂ ਪਾ ਲਓ, ਜਿਹੀ ਚੀਜ਼ਾਂ ਪਾ ਲਓ, ਫਿਰ ਇਟਸ ਅ ਗੁੱਡ ਵਾਟਰ ਜੀ। ਔਰ ਡਾਕਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਇੱਕ ਗੱਲ ਅਸੀਂ ਡਿਪਰੈਸ਼ਨ ਦੀ ਕੀਤੀ, ਅਕਸਰ ਦੇਖਿਆ ਜਾਂਦਾ ਕਿ ਜੇ ਇਨਸਾਨ ਨੂੰ ਕੋਈ ਮਾਨਸਿਕ ਤਣਾਅ ਆ, ਜਾਂ ਉਹਦੀ ਜ਼ਿੰਦਗੀ 'ਚ ਕੋਈ ਅਪ ਡਾਊਨ ਆ ਗਈ ਆ, ਕੋਈ ਬਿਜ਼ਨਸ 'ਚ ਘਾਟਾ ਪੈ ਗਿਆ ਆ, ਜਾਂ ਉਹਦੇ ਕੋਈ ਲਾਈਫ 'ਚ ਕੋਈ ਟਰੈਜਡੀ ਹੋ ਗਈ ਆ, ਪਰਿਵਾਰ ਦੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਹੋ ਗਈ ਆ, ਰਿਸ਼ਤਿਆਂ 'ਚ ਕੋਈ ਦਰਾੜਾਂ ਪੈ ਗਈਆਂ ਹੈਗੀਆਂ, ਤੇ ਉਹ ਬੰਦਾ ਡਾਊਨ ਰਹਿਣ ਲੱਗ ਪੈਂਦਾ। ਤੇ ਜਦੋਂ ਉਹ ਡਾਕਟਰ ਨੂੰ ਮਿਲਦਾ ਤੇ ਅਕਸਰ ਉਹਨੂੰ ਕਿਹਾ ਜਾਂਦਾ ਕਿ ਡਿਪਰੈਸ਼ਨ ਦਾ ਤੂੰ ਮਰੀਜ਼ ਬਣ ਗਿਆ, ਤੂੰ ਸੋਚਦਾ ਬਹੁਤ ਆ। ਹਰ ਦੂਜੇ ਇਨਸਾਨ ਨੂੰ ਡਿਪਰੈਸ਼ਨ ਕਿਹਾ ਜਾਂਦਾ ਕਿ ਤੈਨੂੰ ਡਿਪਰੈਸ਼ਨ ਹੋ ਗਈ। ਬਹੁਤ ਸਾਰੇ ਲੋਕ ਗੋਲੀਆਂ ਖਾ ਕੇ ਰਾਤ ਨੂੰ ਸੌਂਦੇ ਨੇ, ਬਹੁਤ ਸਾਰੇ ਲੋਕ ਜੀਭ ਦੇ ਥੱਲੇ ਗੋਲੀ ਰੱਖਦੇ ਆ, ਜਾਂ ਉਹ ਰਾਤ ਨੂੰ ਸੌਣ ਵੇਲੇ ਉਹ ਦਵਾਈ ਲੈਂਦੇ ਆ ਕਿ ਉਹਨਾਂ ਨੂੰ ਨੀਂਦ ਆ ਜਾਵੇ। ਸੋ ਇਹ ਡਿਪਰੈਸ਼ਨ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ? ਕੀ ਈਜ਼ੀ ਤਰੀਕਾ ਆ ਆਪਣੇ ਆਪ ਨੂੰ ਮੇਨਟੇਨ ਕਰਨ ਦਾ ਤੇ ਇਹੋ ਜਿਹੀਆਂ ਗੱਲਾਂ 'ਚੋਂ ਬਾਹਰ ਨਿਕਲਣ ਦਾ? ਪਹਿਲੀ ਗੱਲ ਤਾਂ ਜੀ, ਕੋਈ ਵੀ ਰੋਗ ਦਾ 100% ਗਾਰੰਟੀ ਤਾਂ ਕੋਈ ਵੀ ਡਾਕਟਰ 'ਚ ਕੋਈ ਵੀ ਨਹੀਂ ਕਰ ਸਕਦਾ। ਪਰ ਮੈਂ ਤੁਹਾਨੂੰ ਮੈਂ ਆਪਣੀ ਪਰਸਨਲ ਐਕਸਪੀਰੀਅੰਸ ਪ੍ਰੈਕਟਿਸ ਤੋਂ ਦੱਸਾਂ, ਮੈਂ ਇੱਥੇ ਸਰੀਰ 'ਚ ਵੀ, ਕਿਉਂਕਿ ਸਿੱਧਾ ਆਪਾਂ ਆਪਣੇ ਇੱਥੇ ਨਾਂ ਨਹੀਂ ਲੈ ਸਕਦੇ, ਬਹੁਤ ਸਾਰੇ ਲੋਕਾਂ ਨੂੰ ਠੀਕ ਕੀਤਾ, ਔਰ ਬਹੁਤ ਸਾਰੇ ਮੇਰੇ ਕੋਲ ਕੇਸ ਹੈਗੇ ਨੇ ਜਿਹੜੇ ਕਿ ਆਮ ਜੀ ਆਪਣੀਆਂ ਦਵਾਈਆਂ ਖਾਂਦੇ ਹੋਏ ਜਿਹੜੀਆਂ ਨੋਰਮਲ ਡਾਕਟਰ ਦਿੰਦੇ ਨੇ, ਉਹ ਬਹੁਤ ਸਾਲਾਂ ਤੋਂ ਖਾ ਕੇ ਵੀ ਆਰਾਮ ਨਹੀਂ ਆ, ਉਦੋਂ ਉੱਪਰ ਦੀ ਉਹਨੂੰ ਸਖਤ ਦਵਾਈਆਂ ਖਾਣੀਆਂ ਪੈ ਗਈਆਂ ਔਰ ਸਿਹਤ ਵਿਗੜਦੀ ਜਾ ਰਹੀ ਆ, ਉਹਨਾਂ ਨੂੰ ਮੈਂ ਠੀਕ ਕੀਤਾ ਔਰ ਕਰ ਰਿਹਾ। ਉਹ 'ਚ ਮੇਨ ਰੀਜ਼ਨ ਜਿਵੇਂ ਮੈਂ ਦੇਖਦਾ, ਅਗੇਨ ਮੈਂ ਜਿਹੜੀ ਗੱਲ ਪਹਿਲਾਂ ਕਹਿ ਕੇ ਹਟਿਆ, ਮੈਂ ਸਭ ਤੋਂ ਪਹਿਲਾਂ ਉਹਦੇ ਗੱਟ ਦਾ ਇਲਾਜ ਕਰਦਾ। ਗੱਟ ਨੂੰ ਠੀਕ ਆਉਣ ਉਹਦੀ ਔਰ ਪਰਹੇਜ਼ ਉਹਨਾਂ ਦਵਾ ਕੇ ਉਹਨੂੰ ਮੈਂ ਉਸ ਖਾਣ ਵਾਲੀ ਚੀਜ਼ ਦੇ ਉੱਤੇ ਪ੍ਰੋਗਰਾਮ 'ਤੇ ਲੈ ਆਉਣਾ, ਜਿਹਦੇ ਨਾਲ ਪਹਿਲਾਂ ਉਦੋਂ ਗੱਟ ਉਹਦਾ ਠੀਕ ਹੋਣਾ ਸ਼ੁਰੂ ਹੋ ਜਾਵੇ। ਕਿਉਂਕਿ ਇਸ ਪੁਆਇੰਟ 'ਤੇ ਜਾਂ ਮੈਂ ਪਰਸਨਲੀ ਜਾਂ ਆਪਾਂ ਮੈਡੀਕਲ ਸਾਇੰਸ ਦੇ ਵਿੱਚ ਜਾਂ ਅੱਜ ਦੇ ਆਪਣੇ ਕਾਨੂੰਨ ਦੇ ਵਿੱਚ ਆ ਕੇ ਮੈਂ ਵੀ ਪਰਸਨਲੀ ਹਾਲੇ ਡਾਕਟਰ ਤਾਂ ਕਹਿੰਦੇ ਨੇ ਵੀ ਅਸੀਂ ਟਰੀਟ ਕਰਦੇ ਹਾਂ, ਕਿਉਂਕਿ ਮੇਰੇ ਹਿਸਾਬ ਨਾਲ ਟਰੀਟ ਅਤੇ ਕਿਉਰ 'ਚ ਵੀ ਫਰਕ ਆ। ਟਰੀਟ ਹੁੰਦਾ ਮੈਨੇਜਮੈਂਟ ਆਫ ਡਿਜ਼ੀਜ਼, ਕੋਈ ਦਵਾਈ ਕੁਛ ਚਿਰ ਜਿੰਨਾ ਚਿਰ ਖਾਂਦੇ ਹੋ ਰੋਗ ਦਬਿਆ ਰਹਿੰਦਾ, ਹਟਿਆ ਨਹੀਂ ਗਾ। ਆਮ ਤੌਰ 'ਤੇ ਜਿਹੜੇ ਮੈਡੀਕਲ ਸਿਸਟਮ ਆ, ਫਾਰਮਾਸਿਊਟੀਕਲ ਜਿਹੜੀਆਂ ਦਵਾਈਆਂ ਕੈਮੀਕਲ ਬਣਾਉਂਦੇ ਨੇ, ਉਹਨਾਂ ਦਾ ਪਿੱਛੇ ਮਕਸਦ, ਕਈ ਵਾਰ ਡਾਕਟਰ ਵਿਚਾਰੇ ਸਹੀ ਵੀ ਹੁੰਦੇ, ਉਹਨਾਂ ਨੂੰ ਨਹੀਂ ਪਤਾ ਵੀ ਪਿੱਛੇ ਜਿਹੜੀ ਬਿਗ ਫਾਰਮਾ ਉਹਦਾ ਮਕਸਦ ਕੀ ਆ। ਉਹਨਾਂ ਦਾ ਮਕਸਦ ਕਿਸੇ ਨੂੰ ਰਾਜ਼ੀ ਕਰਨਾ ਨਹੀਂ, ਜਦ ਕਿ ਡਾਕਟਰਾਂ ਦਾ ਜ਼ੋਰ ਲੱਗਿਆ ਹੁੰਦਾ ਬੰਦਾ ਰਾਜ਼ੀ ਹੋ ਜਾਵੇ ਇਮਾਨਦਾਰੀ ਨਾਲ। ਮੈਂ ਕਿਸੇ ਡਾਕਟਰ ਨੂੰ ਬਲੇਮ ਨਹੀਂ ਕਰਦਾ, ਪਰ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹ ਐਡਿਕਟਿਵ ਵੀ ਨੇ, ਉਹਨਾਂ ਦਾ ਤੁਹਾਨੂੰ ਕਿਸੇ ਨੂੰ ਅਮਲ ਵੀ ਪੈਂਦਾ, ਔਰ ਬਾਕੀ ਸਿਸਟਮਾਂ ਨੂੰ ਉਹ ਬਹੁਤ ਖਰਾਬ ਵੀ ਕਰਦੀਆਂ। ਔਰ ਕਿਸੇ ਵੀ ਦਵਾਈ ਨੂੰ
ਡਿਪਰੈਸ਼ਨ ਦੀ ਨੂੰ ਬਹੁਤ ਸਾਰੀਆਂ ਹੁਣ ਨਾਂ ਨਹੀਂ ਲੈਣੇ, ਉਹ MD ਦਾ ਕੰਮ ਆ ਜਾਂ ਫੈਮਿਲੀ ਡਾਕਟਰ ਦਾ ਕੰਮ ਆ, ਉਹ ਮੇਰਾ ਵਿਸ਼ਾ ਹੀ ਨਹੀਂ ਨਾ ਮੈਂ ਐਲੋਪੈਥੀ ਪੜ੍ਹੀ ਆ, ਜਿਹਦਾ ਮੈਂ ਆਪਣੇ ਆਪ ਨੂੰ ਕਹਿ ਸਮਾਂ ਵੀ ਮੈਨੂੰ ਤਾਂ ਮੁਹਾਰਤ ਹੈਗੀ ਆ। ਪਰ ਜੋ ਮੈਂ ਦੇਖਣ ਚਾਹੁੰਦਾ, ਮੈਂ ਸਟੱਡੀ ਮੈਂ ਵੀ ਕਰਦਾ ਉਹਨਾਂ ਦੀਆਂ, ਉਹ ਦਵਾਈਆਂ ਦੇ ਵੀ ਆਮ ਜਨਰਲ ਪਬਲਿਕ ਵੀ ਕਰ ਸਕਦੀ ਆ। ਤੁਸੀਂ ਉਹ ਜਿਹੜੀ ਵੀ ਦਵਾਈ ਕੋਈ ਉਹਨਾਂ ਨੂੰ ਪ੍ਰਸਕ੍ਰਾਈਬ ਹੁੰਦੀ ਆ, ਉਹਨੂੰ ਤੁਸੀਂ ਕਰਿਆ ਕਿ ਗੂਗਲ ਕਰਕੇ ਸਾਈਡ ਇਫੈਕਟ ਦੇਖ ਲਓ। ਇੱਕ ਮਾੜਾ ਮੋਟਾ ਸੌਣ ਨੂੰ ਤਾਂ ਕੁਛ ਨਾ ਕੁਛ ਫਾਇਦਾ ਕਰ ਦੂ ਜਾਂ ਮਾੜਾ ਜਿਹਾ ਰਿਲੈਕਸ ਕਰ ਦੂ। ਕਈ ਕਿਸਮ ਡਾਇਜ਼ਪਾਮ ਕਈ ਐਨੇ ਮੈਂ ਤਾਂ ਪ੍ਰਸਕ੍ਰਾਈਬ ਵੀ ਨਹੀਂ ਕਰਦਾ, ਨਾ ਕਰ ਸਕਦਾ ਲੀਗਲੀ। ਉਹ ਤੁਹਾਨੂੰ ਕੁਛ ਚਿਰ ਲਈ ਨੀਂਦ ਜਾਂ ਨੀਂਦ ਸਲੀਪਿੰਗ ਪਿਲਸ ਮਿਲ ਜਾਣਗੀਆਂ, ਉਹ ਸ਼ਾਂਤਾਂ ਮਾੜੀਆਂ ਕਰ ਦੇਣਗੀਆਂ। ਪਰ ਰੋਗ ਬਲਜਿੰਦਰ ਜੀ ਗੱਲ ਇਹ ਹੋ ਜਾਂਦੀ, ਮੰਨ ਲਓ ਕਿ ਦਰਖਤ ਆਪਾਂ ਨੂੰ ਚੰਗਾ ਨਹੀਂ ਲੱਗਦਾ, ਕੋਈ ਟਰੀ ਆ, ਉਹਦੀਆਂ ਟਾਹਣੀਆਂ ਕੰਡੇ ਬਹੁਤ ਸਾਨੂੰ ਮਾੜੇ ਲੱਗਦੇ ਆ, ਜਿਹਨੂੰ ਅਸੀਂ ਫਿਲਮੇ ਕਰਦੇ ਚਲੇ ਜਾਈਏ ਸਾਰੀ ਉਮਰ ਨਹੀਂ ਠੀਕ ਹੋਣਾ, ਉਹਨੂੰ ਚੋਟਾਂ ਹੀ ਫੜ ਦਿਓ। ਉਹ ਰੋਗ ਉਵੇਂ ਰੋਗ ਆ। ਸੋ ਉਹਦੀ ਜਿਹੜਾ ਰੂਟ ਕਾਜ਼ ਆ ਸਮ ਹਾਓ, ਉਹਨੂੰ ਮੈਂ ਦੇਖਿਆ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕਿ ਵੀ ਡਾਕਟਰ ਕੋਲ ਉਹਨਾਂ ਟਾਈਮ ਹੀ ਨਹੀਂ ਹੁੰਦਾ, ਜਾਂ ਸਿਸਟਮ ਹੀ ਐਸਾ ਬਣਿਆ, ਪ੍ਰੋਟੋਕੋਲ ਇਹ ਆ ਵੀ ਉਹਨੂੰ ਪੇਟ ਨੂੰ ਉਹ ਕਹਿਣਗੇ ਕੱਢ ਰੋਗ ਆ, ਤੁਹਾਡੇ ਸਿਰਫ ਡਿਪਰੈਸ਼ਨ ਇਹ ਮਾਨਸਿਕ ਰੋਗ ਆ, ਇਹਨੂੰ ਠੀਕ ਕਰਨਾ। ਜਦ ਕਿ ਇਹਨੂੰ ਡੂੰਘਾ ਪੜ੍ਹੋ, ਕੋਈ ਵੀ ਬੰਦਾ ਇਹਦੀ ਸਟੱਡੀ ਕਰ ਸਕਦਾ। ਗੂਗਲ 'ਤੇ ਚਲੇ ਜਾਓ, ਕਿਤਾਬਾਂ ਪੜ੍ਹ ਤੋਂ ਬੜੀਆਂ ਮੇਰੇ ਤੋਂ ਪੁੱਛ ਲਓ ਕਿਹੜੀਆਂ ਕਿਤਾਬਾਂ ਪੜ੍ਹਨੀਆਂ, ਬਹੁਤ ਸਾਰੀਆਂ। ਉਹ ਦੱਸਦੀਆਂ ਨੇ, ਸਟੱਡੀ ਦੱਸਦੀ ਆ ਵੀ ਨਹੀਂ ਇਹਦਾ ਰੂਟ ਕਾਜ਼ ਦਿਮਾਗ 'ਚ ਨਹੀਂ, ਬਹੁਤਿਆਂ ਦਾ 90% ਦਾ ਈਵਨ ਸੁਈਸਾਈਡਲ ਟੈਂਡੈਂਸੀ, ਜਿਹੜੇ ਲੋਕ ਸੁਈਸਾਈਡ ਵੀ ਕਰ ਜਾਂਦੇ ਨੇ, ਚਾਹੇ ਹੋਰ ਕਈ ਪ੍ਰੋਬਲਮ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ ਆ ਕੇ, ਪਰ ਮੇਨ ਕਾਰਨ ਉਹਨਾਂ ਦਾ ਪੇਟ ਦਾ ਕੋਈ ਨੁਕਸ ਹੀ ਹੁੰਦਾ। ਹਰ ਹਮੇਸ਼ਾ ਜਦੋਂ ਆਪਾਂ ਨੂੰ ਕੋਈ ਤਕਲੀਫ, ਕੋਈ ਐਂਗਜ਼ਾਇਟੀ ਜਾਂ ਕੋਈ ਸਡਨ ਆਪਾਂ ਨੂੰ ਕੋਈ ਗਰੀਫ ਜਾਂ ਦੁੱਖਾ ਲੱਗਦਾ, ਤੁਸੀਂ ਦੇਖੋ ਵੀ ਜਿਵੇਂ ਕਹਿੰਦੇ ਢਿੱਡ 'ਚ ਪਹਿਲਾਂ ਕੁਝ ਦੁਖਦੀਆਂ ਨਿਕਲਣ ਲੱਗਦੀਆਂ, ਤੁਸੀਂ ਯੂ ਫੀਲ ਸਮਥਿੰਗ ਬੈਡ, ਜਿਹਨੂੰ ਕਹਿੰਦੇ ਵੀ ਤਿਤਲੀਆਂ ਨੱਚਣ ਲੱਗ ਗਈਆਂ ਅੰਦਰੋਂ, ਉਹ ਅੰਦਰੋਂ ਫੀਲ ਹੁੰਦੀਆਂ ਨੇ ਕਿਉਂਕਿ ਉਹਦਾ ਇਕੱਠਾ ਰਿਲੇਸ਼ਨ ਆ। ਸੋ ਉਹਨੂੰ ਆਪਾਂ ਅੱਖੋਂ ਪਰੋਖੇ ਕਰ ਨਹੀਂ ਸਕਦੇ। ਉਹਦਾ ਇਲਾਜ ਕਰਨ ਨੂੰ ਇਨਸੋਮਨੀਆ ਦਾ ਜਾਂ ਡਿਪਰੈਸ਼ਨ ਦਾ, ਉਹ ਪਰ ਸਟ੍ਰੈਸ ਸਾਈਡ ਤੋਂ ਆਉਣ ਵਾਲੀ ਚੀਜ਼ ਹੈਗੀ ਆ। ਸਟ੍ਰੈਸ ਜਿਵੇਂ ਕਿਸੇ ਨੂੰ ਪੈਸੇ ਦਾ ਸਟ੍ਰੈਸ ਹੋ ਗਿਆ, ਬੱਚਿਆਂ ਦਾ ਹੋ ਗਿਆ, ਫੈਮਿਲੀ ਦਾ ਹੋ ਗਿਆ, ਕੰਮ ਦਾ ਹੋ ਗਿਆ, ਬਹੁਤ ਸਾਰੇ ਸਟ੍ਰੈਸ ਨੇ। ਪਰ ਉਹ ਸਟ੍ਰੈਸ ਜਦੋਂ IBS ਨਾਲ ਰਲਦਾ ਇੱਕ ਵਿਸ਼ੇਸ਼ ਸਰਕਲ ਬਣ ਜਾਂਦਾ, ਇੱਕ ਨੈਵਰ ਐਂਡਿੰਗ ਸਟਰੀਮ ਬਣ ਜਾਂਦੀ ਹੈ ਵੀ IBS ਨਾਲ ਸਟ੍ਰੈਸ ਹੋ ਗਿਆ, ਸਟ੍ਰੈਸ ਨਾਲ ਡਿਪਰੈਸ਼ਨ ਹੋ ਗਿਆ, ਡਿਪਰੈਸ਼ਨ ਹੋਰ ਸਟ੍ਰੈਸ ਹੋ ਗਿਆ, ਸਟ੍ਰੈਸ ਨਾਲ ਫਿਰ IBS ਹੋ ਗਈ। ਸੋ ਤਿੰਨਾਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਲੈਣਾ ਪੈਣਾ। ਔਰ ਮੈਂ ਜਿਹੜੀ ਆਪਾਂ ਫੂਡ ਦੀ ਇੰਟਰਵੈਂਸ਼ਨ ਆ, ਅਮੈਂਡਮੈਂਟ ਆਫ ਫੂਡ, ਵੀ ਚੰਗੀ ਫੂਡ ਕਿਵੇਂ ਆ, ਆਪਾਂ ਬਾਰ ਉਸ 'ਤੇ ਹੋਰ ਵੀ ਬੋਲਦਾ ਜਾਊਂਗਾ ਕਿਉਂਕਿ ਮੈਂ ਸਰਟੀਫਾਈਡ ਨਿਊਟ੍ਰੀਸ਼ਨਿਸਟ ਵੀ ਹੈਗਾ ਔਰ ਮੈਨੂੰ ਉਸ ਚੀਜ਼ ਦਾ ਪਤਾ, ਔਰ ਮੈਂ ਆਪਦੇ 'ਤੇ ਵੀ ਉਸ ਚੀਜ਼ ਨੂੰ ਲਾਗੂ ਕਰਦਾ ਰਹਿਣਾ, ਔਰ ਮੈਂ ਆਪਣੇ ਆਪ ਨੂੰ ਵਧੀਆ ਸਿਹਤ 'ਚ ਰੱਖਿਆ, ਮੇਰੇ ਪੇਸ਼ੈਂਟ ਵੀ ਜਾਣਦੇ ਆ। ਸੋ ਉਹਦੇ 'ਚ ਸਾਨੂੰ ਸਾਰੀ ਮੈਡੀਕਲ ਕਮਿਊਨਿਟੀ ਨੂੰ, ਹਰੇਕ ਨੂੰ, ਚਾਹੇ ਕੋਈ ਐਲੋਪੈਥ ਆ, ਚਾਹੇ ਹੋਮਿਓਪੈਥ ਆ, ਚਾਹੇ ਹਰਬਲ ਮੈਡੀਸਨ ਆ, ਚਾਹੇ ਆਯੁਰਵੇਦ ਆ, ਚਾਹੇ ਕੋਈ ਵੀ ਚਾਈਨੀਜ਼ ਮੈਡੀਸਨ ਆ, ਆਪਣਾ ਇੱਕ ਸਭ ਦਾ ਫਰਜ਼ ਬਣ ਜਾਂਦਾ ਵੀ ਪੇਸ਼ੈਂਟ ਨੂੰ ਬਿਮਾਰ ਹੋਣ ਤੋਂ ਪਹਿਲਾਂ ਹੀ ਕੁਛ ਐਸੀ ਚੀਜ਼ਾਂ ਦੱਸੀਏ ਅਸੀਂ ਵੀ ਬਿਮਾਰ ਹੋ ਹੀ ਨਾ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਆਪਣਾ ਇਹੀ ਫਰਜ਼ ਨਹੀਂ ਵੀ ਲੋਕ ਬਿਮਾਰ ਹੋਣ ਅਸੀਂ ਪੈਸੇ ਕਮਾਈਏ। ਪੈਸਾ ਠੀਕ ਹਰੇਕ ਨੂੰ ਚਾਹੀਦਾ, ਬਣਨਾ ਵੀ ਚਾਹੀਦਾ, ਪਰ ਬਹੁਤ ਜ਼ਿਆਦਾ ਲੋੜ ਨਹੀਂ ਕਿਸੇ ਨੂੰ ਵੀ। ਜੇ ਭਲਾ ਕੁਛ ਕਰਾਂਗੇ ਲੋਕਾਂ ਦਾ, ਉਹਦੇ ਨਾਲ ਹੋਣਾ। ਉਹਦੇ ਵਿੱਚ ਆਪਾਂ ਨੂੰ ਸਾਰੇ ਸਿਸਟਮ ਨੂੰ, ਜੋ ਮੈਂ ਆਪਣੀ ਪ੍ਰੈਕਟਿਸ ਕਰਦਾ ਜੀ, ਮੈਂ ਆਯੁਰਵੇਦ ਦਾ ਪੜ੍ਹਿਆ ਹੋਇਆ, ਨੈਚੁਰੋਪੈਥੀ, ਹੋਮਿਓਪੈਥੀ, ਹਰਬਲ ਮੈਡੀਸਨ ਅਤੇ ਮਸਾਜ ਥੈਰੇਪੀ ਵੀ ਕਈ ਦੀ ਕਰਨੀ ਪੈਂਦੀ ਆ। ਉਸ ਤੋਂ ਬਿਨਾਂ ਨਿਊਟ੍ਰੀਸ਼ਨ ਮੈਂ ਮੈਨਿਊ ਬਣਾ ਕੇ ਦਿੰਦਾ, ਆਪ ਵੀ ਵਧੀਆ ਚੀਜ਼ਾਂ ਖਾਂਦਾ, ਲੋਕਾਂ ਨੂੰ ਦੱਸਦਾ ਵੀ ਕਿਹੜਾ ਤੇਲ, ਘਿਓ, ਭਾਂਡੇ ਕੀ ਵਰਤਣੇ ਨੇ। ਉਹ ਬਹੁਤ ਸਾਰੀ ਚੀਜ਼ਾਂ ਨੇ, ਇੱਕ ਅਲੱਗ ਉਹਦਾ ਕਾਫੀ ਵੱਡਾ ਸਬਜੈਕਟ ਆ, ਆਪਾਂ ਉੱਥੇ ਕਿਤੇ ਬੋਲਾਂਗੇ। ਸੋ ਇਹ ਚੀਜ਼ਾਂ ਰਲ ਕੇ ਆਪਾਂ ਨੂੰ ਕਰਨੀਆਂ ਪੈਣੀਆਂ ਨੇ ਤਾਂ ਕਿ ਇਹਨਾਂ ਚੀਜ਼ਾਂ ਨੂੰ ਹੋਣ ਤੋਂ ਪਹਿਲਾਂ ਹੀ ਜਾਂ ਹੋਈਆਂ ਤੇ ਸ਼ੁਰੂ ਹੁੰਦੀਆਂ ਸਾਰ ਆਪਾਂ ਇਹਨਾਂ ਨੂੰ ਦਬਾ ਦਈਏ। ਜੀ ਥੈਂਕ ਯੂ ਡਾਕਟਰ ਗੈਰੀ ਮੰਗਟ ਜੀ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਤੇ ਚਾਹਾਂਗੇ ਫਿਰ ਅਸੀਂ ਕਿਸੇ ਦਿਨ ਇਸੇ ਤਰ੍ਹਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰੀਏ। ਸੋ ਥੈਂਕ ਯੂ ਫॉर योर ਟਾਈਮ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਸੁਣਨ ਵਾਲੇ ਇੱਕ ਵਾਰੀ ਫੇਰ ਮੇਰਾ ਤੇ ਸਾਂਝਾ ਟੀਵੀ ਨੂੰ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਇਹ ਸਨ ਜੀ ਮੇਰੇ ਨਾਲ ਡਾਕਟਰ ਗੈਰੀ ਮੰਗਟ, ਔਰ ਤੁਸੀਂ ਇਹਨਾਂ ਨੂੰ ਹਮੇਸ਼ਾ ਹੀ ਇਹਨਾਂ ਦੇ ਦਿੱਤੇ ਹੋਏ ਜਿਹੜੇ ਸੁਝਾਅ ਆ ਬੜੇ ਪਸੰਦ ਕਰਦੇ ਹੋ। ਸੋ ਅਗਲੀ ਵਾਰ ਖਾਸ ਮੁਲਾਕਾਤ ਦੇ ਵਿੱਚ ਫਿਰ ਅਸੀਂ ਇਹਨਾਂ ਦੇ ਨਾਲ ਰੂਬਰੂ ਹੋਵਾਂਗੇ, ਫਿਰ ਹੋਰ ਕਿਸੇ ਗੱਲ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ। ਤੁਸੀਂ ਰੱਖਿਓ ਆਪਣਾ ਖਿਆਲ। ਤਦ ਤੱਕ ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ ਜੀ।